ਸਾਡਾ ਅੱਜ ਦਾ ਜਿਹੜਾ ਲੈਕਚਰ ਹੈਗਾ ਉਹ ਹੈਗਾ MA ਭਾਗ ਪਹਿਲਾ ਆਲੋਚਨਾ ਦੇ ਪਰਚੇ ਦੇ ਨਾਲ ਸੰਬੰਧਿਤ। ਉਸ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਐੜੇ ਭਾਗ ਦੇ ਵਿੱਚ ਆਧੁਨਿਕ ਪੱਛਮੀ ਕਾਵ ਸਿਧਾਂਤ 94 ਆਲੋਚਨਾਤਮਕ ਲੇਖਾਂ ਦੇ ਸੰਦਰਭ ਦੇ ਵਿੱਚ ਇਹ ਜਿਹੜਾ ਹੈ ਸਾਡਾ ਇੱਕ ਸੈਕਸ਼ਨ ਹੈ। ਉਹਦੇ ਵਿੱਚ ਜਿਹੜੇ ਆਧੁਨਿਕ ਪੱਛਮੀ ਕ੍ਰਿਟਿਕ ਨੇ ਉਹਨਾਂ ਦੇ ਵੱਖੋ ਵੱਖਰੇ ਜਿਹੜੇ ਉਹਨਾਂ ਵੱਲੋਂ ਲੇਖ ਲਿਖੇ ਗਏ ਨੇ, ਆਲੋਚਨਾਤਮਕ ਲੇਖ ਲਿਖੇ ਗਏ ਨੇ, ਉਹਨਾਂ ਦੇ ਨਾਲ ਸੰਬੰਧਿਤ ਸਾਡੇ ਕੋਲ ਜਿਹੜੇ ਨੇ ਕੁਝ ਟੌਪਿਕ ਨੇ। ਜਿਹੜਾ ਹੈ ਇਹਦੇ ਵਿੱਚ ਅਸੀਂ ਜਿਹੜਾ ਹੈ ਅੱਜ ਇਹ ਕਰਾਂਗੇ। ਸਾਡੇ ਕੋਲ ਅੱਜ ਦਾ ਜਿਹੜਾ ਕ੍ਰਿਟਿਕ ਹੈਗਾ ਉਹ ਹੈਗਾ ਐਲਨ ਟੇਟ। ਉਹਦਾ ਜਿਹੜਾ ਲੇਖ ਹੈ ਉਹ ਹੈਗਾ ਟੈਂਸ਼ਨ ਇਨ ਪੋਇਟਰੀ। ਟੈਂਸ਼ਨ ਇਨ ਪੋਇਟਰੀ ਦੇ ਉੱਤੇ ਜਿਹੜਾ ਹੈ ਅਸੀਂ ਇਹਦੇ ਵਿੱਚ ਡਿਸਕਸ਼ਨ ਕਰਨੀ ਹੈ। ਉਹਦੇ ਬਾਰੇ ਐਲਨ ਟੇਟ ਬਾਰੇ ਜਾਣ ਪਹਿਚਾਣ ਹੈ ਕਿ 1899 ਦੇ ਵਿੱਚ ਉਹਦਾ ਜਨਮ ਹੁੰਦਾ ਹੈ ਵਿਨਚੈਸਟਰ ਇੰਗਲੈਂਡ ਦੇ ਵਿੱਚ। ਗ੍ਰੈਜੂਏਸ਼ਨ 1922 ਦੇ ਵਿੱਚ ਵੈਂਡਰਬਿਲਟ ਯੂਨੀਵਰਸਿਟੀ ਅਮਰੀਕਾ ਤੋਂ ਕਰਦਾ ਹੈ ਤੇ ਇਸੇ ਦੌਰਾਨ ਜਦੋਂ ਗ੍ਰੈਜੂਏਸ਼ਨ ਜਿਹੜੀ ਹੈ ਉਹ ਕਰ ਰਿਹਾ ਹੈ ਤੇ ਉਹਦੀ ਪਹਿਲੀ ਕਿਤਾਬ ਆਉਂਦੀ ਹੈ 1928 ਦੇ ਵਿੱਚ ਮਿਸਟਰ ਪੌਪ ਐਂਡ ਅਦਰ ਪੋਇਮਸ ਕਰਕੇ। ਅਧਿਆਪਨ ਦਾ ਕਾਰਜ ਜਿਹੜਾ ਹੈ 1934 ਦੇ ਵਿੱਚ ਕਰਦਾ ਹੈ। ਜਦੋਂ ਉਹਦੀ ਪਹਿਲੀ ਕਿਤਾਬ 1928 ਦੇ ਵਿੱਚ ਮਿਸਟਰ ਪੌਪ ਐਂਡ ਅਦਰ ਪੋਇਮਸ ਆਉਂਦੀ ਹੈ ਤੇ ਇਸ ਆਧਾਰ ਤੇ ਉਸਨੂੰ 2 ਸਾਲ ਦੀ ਜਿਹੜੀ ਹੈ ਉਹ ਫੈਲੋਸ਼ਿਪ ਮਿਲੀ, ਜਿਸ ਦੇ ਆਸਰੇ ਉਹ ਜਿਹੜਾ ਹੈ 2 ਸਾਲ ਫਰਾਂਸ ਦੇ ਵਿੱਚ ਜਿਹੜਾ ਹੈ ਉਸਨੇ ਸਟੱਡੀ ਕਰੀ ਤੇ ਵਾਪਸ ਪਰਤਨ ਉਪਰੰਤ ਜਿਹੜਾ 1934 ਦੇ ਵਿੱਚ ਉਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦਾ ਹੈ। ਇਸ ਦੌਰਾਨ ਉਸਨੂੰ ਜਿਹੜਾ ਹੈ ਕਈ ਯੂਨੀਵਰਸਿਟੀਆਂ ਤੋਂ ਫੈਲੋਸ਼ਿਪ ਤੇ ਪ੍ਰੋਫੈਸਰਸ਼ਿਪ ਵੀ ਜਿਹੜੀ ਹੈ ਆਫਰ ਹੁੰਦੀ ਹੈ। ਹੁਣ ਅਸੀਂ ਅੱਗੇ ਗੱਲ ਕਰ ਰਹੇ ਸੀ ਕਿ ਗ੍ਰੈਜੂਏਸ਼ਨ ਦੌਰਾਨ ਜਿਹੜਾ ਹੈ ਉਹ ਆਪਣੇ ਕਈ ਸਮਕਾਲੀ ਲੇਖਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨਾਲ ਉਹਦੀਆਂ ਜਿਹੜੀਆਂ ਨੇ ਚੰਗੀਆਂ ਸਾਹਿਤਕ ਡਿਸਕਸ਼ਨਸ ਹੁੰਦੀਆਂ ਨੇ। ਉਹ ਰਾਈਟਰਸ ਹੈਗੇ ਨੇ ਜਿਵੇਂ JC ਰੈਂਸਮ ਹੈ, D ਡੇਵਿਡਸਨ ਹੈ, ਰਾਬਰਟ ਪੈਨ ਹੈ। ਤਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਕਾਮਨ ਪਲੇਸਿਸ ਦੇ ਉੱਤੇ ਜਾਂ ਕੈਫੇਜ਼ ਦੇ ਵਿੱਚ ਜਾਂ ਪਰਸਨਲ ਜਿਹੜੀਆਂ ਨੇ ਇਹਨਾਂ ਦੀਆਂ ਡਿਸਕਸ਼ਨਸ ਦਾ ਗਰੁੱਪ ਦੇ ਵਿੱਚ ਜਿਹੜਾ ਕਰਦੇ ਨੇ। ਸਾਰੇ ਲਿਟਰੇਰੀ ਜਿਹੜੇ ਨੇ ਪੀਪਲ ਨੇ, ਇਹਨਾਂ ਨੇ ਰਲ ਕੇ ਇੱਕ ਜਿਹੜਾ ਗਰੁੱਪ ਬਣਾਇਆ, ਉਹਨਾਂ ਨੂੰ ਇਹਨਾਂ ਨੇ ਨਾਮ ਦਿੱਤਾ ਫਿਊਜੀਟਿਵ ਗਰੁੱਪ। ਤੇ ਇਸ ਦੌਰਾਨ ਇਸਦਾ ਜਿਹੜਾ ਇੱਕ ਨੋਵਲ ਵੀ ਆਉਂਦਾ ਹੈ ਦ ਫਾਦਰ। ਇਹਦੇ ਵਿੱਚ ਜਿਹੜਾ ਹੈ ਉਹ ਅਜਿਹੇ ਇੱਕ ਸਮਾਜ ਦੀ ਜਿਹੜੀ ਪਰਿਕਲਪਨਾ ਕਰਦਾ ਹੈ ਜਿਹਦੇ ਵਿੱਚ ਉਸ ਵਿਚਲੇ ਪਾਤਰ ਪਰੰਪਰਾ ਤੇ ਅੰਧ ਵਿਸ਼ਵਾਸਾਂ ਤੋਂ ਜਿਹੜਾ ਹੈ ਉਹ ਨਾਬਰ ਨੇ, ਉਹਨਾਂ ਨੂੰ ਜਿਹੜਾ ਹੈ ਨਹੀਂ ਮੰਨਦੇ। ਤਾਂ ਲੇਖਕਾਂ ਦੀਆਂ ਸੁਭਾਵਾਂ ਜਿਹੜੀਆਂ ਨੇ ਉਹਦੀਆਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ, ਉਹਦਾ ਇੰਟਰੈਕਸ਼ਨ ਜਿਹੜਾ ਹੈ ਉਹ ਆਪਣੇ ਸਮਕਾਲੀ ਰਾਈਟਰਸ ਦੇ ਨਾਲ ਚੱਲਦਾ ਰਹਿੰਦਾ ਹੈ। ਇਸੇ ਜਿਹੜਾ ਹੈ ਇੰਟਰੈਕਸ਼ਨ ਦੇ ਦੌਰਾਨ ਉਹਨੇ ਕਾਫੀ ਕੁਝ ਸਿੱਖਿਆ, ਪੜ੍ਹਿਆ, ਜਾਣਿਆ ਤੇ ਉਹਦੀ ਇੱਕ ਆਪਣੀ ਅਪਰੋਚ ਜਿਹੜੀ ਹੈ ਉਹ ਬਣਦੀ। ਉਸ ਵੇਲੇ ਦੇ ਸਮਕਾਲੀ ਹਾਲਾਤ ਜਿਹੜੇ ਨੇ ਉਹ ਕੁਝ ਉਹਦੇ ਮੇਨ ਜਿਹੜੇ ਨੇ ਉਹ ਪੁਆਇੰਟ ਅਸੀਂ ਨੇ ਨੋਟ ਕਰੇ ਨੇ। ਉਹਦੇ 'ਚ ਅਸੀਂ ਪਹਿਲਾਂ ਸਭ ਤੋਂ ਦੇਖਾਂਗੇ ਕਿ ਪੱਛਮ ਦਾ ਜਿਹੜਾ ਹੈ ਉਹ ਪ੍ਰਭਾਵ ਕਾਫੀ ਹੈ। ਆਰਥਿਕ ਮੰਦਵਾੜੇ ਦਾ ਦੌਰ ਹੈ, ਖੱਬੇ ਪੱਖੀ ਆਲੋਚਨਾ ਦਾ ਜਿਹੜਾ ਬੋਲਬਾਲਾ ਹੈ, ਵਿਗਿਆਨ ਦਾ ਜਿਹੜਾ ਹੈ ਸੁਹਜਾਤਮਕ ਅਤੇ ਮਾਨਵਵਾਦੀ ਦੋਨਾਂ ਦੇ ਵਿੱਚ ਵਰਤਾਰਿਆਂ ਦੇ ਵਿੱਚ ਜਿਹੜਾ ਹੈ ਦਖਲ ਵੱਧ ਜਾਂਦਾ ਹੈ। ਅਜਿਹੇ ਵਾਤਾਵਰਨ ਦੇ ਵਿੱਚ ਜਿਹੜਾ ਹੈ ਇੱਕ ਪਰੰਪਰਾ ਬਣ ਗਈ ਜਿਸ ਨੂੰ ਫੈਸ਼ਨੇਬਲ ਪਰੰਪਰਾ ਦਾ ਨਾਮ ਹੁੰਦਾ ਹੈ, ਜਿਹੜੀ ਕਿ ਉਸ ਨੂੰ ਪ੍ਰਵਾਨ ਨਹੀਂ ਹੈ, ਉਹਦਾ ਵਿਰੋਧ ਜਿਹੜਾ ਕਰਦਾ ਹੈ। ਐਲਨ ਟੇਟ ਜਿਹੜਾ ਹੈ ਇਸ ਪਰੰਪਰਾ ਦਾ ਵਿਰੋਧ ਕਰਦਾ ਹੈ। ਅਜਿਹੀ ਵਿਰੋਧਤਾ ਦੇ ਵਿੱਚੋਂ ਜਿਹੜੀਆਂ ਉਹਦੀਆਂ ਆਪਣੀਆਂ ਆਲੋਚਨਾਤਮਕ ਜਿਹੜੀਆਂ ਸਥਾਪਨਾਵਾਂ ਉੱਭਰਦੀਆਂ ਨੇ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਰਿਵੋਲਟ ਤੇ ਰੈਵੋਲੂਸ਼ਨ ਇਨ ਕ੍ਰਿਟਿਸਿਜ਼ਮ ਦਾ ਨਾਮ ਜਿਹੜਾ ਹੈ ਦਿੱਤਾ ਜਾਂਦਾ ਹੈ ਕਿ ਇੱਕ ਕ੍ਰਿਟਿਸਿਜ਼ਮ ਵੀ ਹੋਇਆ, ਠੀਕ ਹੈ, ਤੇ ਉਹਦਾ ਵਿਰੋਧ ਵੀ ਹੋਇਆ ਤੇ ਇੱਕ ਨਵਾਂ ਆਪਾਂ ਕਹਿ ਲਓ ਕਿ ਇੱਕ ਰਿਵੋਲਟ ਆਉਂਦਾ ਹੈ, ਵਿਚਾਰਧਾਰਕ ਪੱਧਰ ਤੇ ਬਹੁਤ ਵੱਡੀ ਜਿਹੜੀ ਤਬਦੀਲੀ ਆਉਂਦੀ ਹੈ। ਇਸ ਤੋਂ ਪਹਿਲਾਂ ਜਿਹੜਾ ਹੈ ਸਮਝੌਤੇ ਵਾਲੀ ਆਲੋਚਨਾ ਜਿਹੜੀ ਚੱਲ ਰਹੀ ਹੈ ਉਸ ਨੂੰ ਜਿਹੜਾ ਹੈ ਐਲਨ ਟੇਟ ਤੇ ਇਹਦੇ ਸਾਥੀ ਜਿਹੜਾ ਹੈ ਉਹ ਮੰਨਣ ਤੋਂ ਜਿਹੜਾ ਹੈ ਇਨਕਾਰ ਕਰ ਦਿੰਦੇ ਨੇ। ਹੁਣ ਐਲਨ ਟੇਟ ਦੀ ਜਿਹੜੀ ਹੈ ਸੋਚਣੀ ਕੀ ਹੈ? ਐਲਨ ਟੇਟ ਦਾ ਜਿਹੜਾ ਸਭ ਤੋਂ ਵੱਡਾ ਸਾਡੇ ਕੋਲ ਪੁਆਇੰਟ ਆਉਂਦਾ ਹੈ ਉਹ ਇਹ ਕਹਿੰਦਾ ਹੈ ਕਿ ਪ੍ਰਗਟਾਉਣ ਦੀ ਸੰਪੂਰਨ ਆਜ਼ਾਦੀ ਜਿਹੜੀ ਹੈ ਉਹ ਕਵਿਤਾ ਨੂੰ ਦਿੱਤੀ ਜਾਵੇ। ਵਿਗਿਆਨਵਾਦ ਦਾ ਉਹ ਜਿਹੜਾ ਵਿਰੋਧ ਕਰਦਾ ਹੈ। ਜਿਹੜਾ ਵਿਗਿਆਨਵਾਦ ਹੈ, ਜਿਹੜਾ ਸਾਇੰਟਿਸਿਜ਼ਮ ਕਿਹਾ ਗਿਆ, ਉਹਦਾ ਵਿਰੋਧ ਕਰਨ ਦਾ ਉਹਦਾ ਇੱਕ ਆਪਣਾ ਜਿਹੜਾ ਹੈ ਸਿਧਾਂਤ ਹੈ। ਉਹ ਕਹਿੰਦਾ ਕਿ ਜੇਕਰ ਸਾਇੰਸ ਦਾ ਪ੍ਰਭਾਵ ਜਿਹੜਾ ਤਰਕ ਦਾ ਪ੍ਰਭਾਵ ਅਸੀਂ ਕਹਿੰਦੇ ਕਿ ਸਾਇੰਸ ਦਾ ਪ੍ਰਭਾਵ ਜਿਹੜਾ ਆਉਂਦਾ ਹੈ ਸਾਡੀ ਅਪਰੋਚ ਦੇ ਵਿੱਚ, ਸਾਡੀ ਸਮਝ ਦੇ ਵਿੱਚ ਜੇਕਰ ਉਹਦਾ ਦਾਖਲ ਹੁੰਦਾ ਹੈ ਤਾਂ ਉਹ ਜਿਹੜਾ ਹੈ ਇੱਕ ਪੋਜ਼ਿਟਿਵਿਸਟਿਕ ਨੌਲੇਜ ਨੂੰ ਜਿਹੜਾ ਹੈ ਜਨਮ ਦਿੰਦਾ ਹੈ। ਪੋਜ਼ਿਟਿਵਿਸਟਿਕ ਨੌਲੇਜ ਕਿਹੜੀ ਹੈ ਕਿ ਜਿਹੜੀ ਸਿਰਫ ਪ੍ਰੈਕਟੀਕਲ ਜਾਂ ਵਿਹਾਰਕ ਪੱਧਰ ਦੇ ਉੱਤੇ ਹੀ ਨਿਰਭਰ ਕਰਦੀ ਹੈ, ਥਿਓਰੈਟੀਕਲ ਜਿਹੜਾ ਐਸਪੈਕਟ ਹੈ ਉਹਨੂੰ ਉਹ ਇਗਨੋਰ ਕਰਦੀ ਹੈ। ਉਸ ਦੇ ਨਾਲ ਅਜਿਹੀ ਨੌਲੇਜ ਜਿਹੜਾ ਹੈ ਗੇਨ ਕਰਨ ਦੇ ਨਾਲ ਇੱਕ ਪ੍ਰੈਗਮੈਟਿਕ ਜਿਹੜਾ ਹੈ ਉਹ ਐਟੀਟਿਊਡ ਪੈਦਾ ਹੁੰਦਾ ਹੈ। ਹੁਣ ਜਿਹੜਾ ਪ੍ਰੈਗਮੈਟਿਕ ਐਟੀਟਿਊਡ ਹੈ ਇਹਦੇ ਵਿੱਚ ਵੀ ਇਹੀ ਚੀਜ਼ ਹੈ ਕਿ ਅਸੀਂ ਜਿਹੜਾ ਹੈ ਪ੍ਰੈਕਟੀਕਲ ਚੀਜ਼ਾਂ ਦੇ ਉੱਤੇ ਜ਼ਿਆਦਾ ਜਿਹੜਾ ਹੈ ਜ਼ੋਰ ਦਿੰਦੇ ਹਾਂ ਤੇ ਥਿਓਰੈਟੀਕਲ ਜਿਹੜਾ ਪੱਖ ਹੈ ਉਸ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ। ਹੁਣ ਜਦੋਂ ਅਸੀਂ ਥਿਊਰੀ ਨੂੰ ਇਗਨੋਰ ਕਰਦੇ ਹਾਂ ਤਾਂ ਉਹ ਸਾਨੂੰ ਅਪਰੋਚ ਜਿਹੜੀ ਹੈ ਸਮਝ ਆ ਜਾਣੀ ਚਾਹੀਦੀ ਹੈ, ਕਿਉਂਕਿ ਅਸੀਂ ਇਸ ਵੇਲੇ ਕਰਿਆ ਕਿ ਖੱਬੇ ਪੱਖੀ ਆਲੋਚਨਾ ਦਾ ਜਿਹੜਾ ਹੈ ਉਹ ਪ੍ਰਭਾਵ ਵੱਧਦਾ ਜਾਂਦਾ ਹੈ। ਤਾਂ ਇਹਦੇ ਵਿੱਚੋਂ ਅੱਗੇ ਕਹਿੰਦੇ ਆ ਕਿ ਟੈਕਨੋਲੋਜੀ
ਟੈਕਨੋਲੋਜੀਕਲ ਜਿਹੜਾ ਸਾਡੀ ਅਪਰੋਚ ਬਣਦੀ ਹੈ। ਇੰਡਸਟਰੀਅਲਿਜ਼ਮ ਆਉਂਦਾ ਹੈ, ਜਦੋਂ ਇੰਡਸਟਰੀਅਲਿਜ਼ਮ ਆਏਗਾ ਤਾਂ ਉਹ ਕਹਿੰਦੇ ਕਿ ਲੈਕ ਆਫ ਲੈਜਰ ਜਿਹੜੀ ਹੈ, ਮਨੁੱਖ ਕੋਲ ਸਮਾਂ ਨਹੀਂ ਹੋਏਗਾ, ਕਲਾ ਦੇ ਲਈ ਸਮਾਂ ਜਿਹੜਾ ਹੈ ਨਹੀਂ ਹੋਏਗਾ। ਇਫੇਸਮੈਂਟ ਆਫ ਮੋਰਲ ਮੈਨ ਜਿਹੜਾ ਹੈ ਹੋ ਜਾਏਗੀ। ਕਹਿਣ ਤੋਂ ਭਾਵ ਹੈ ਕਿ ਜਿਹੜੀ ਮੋਰਲ ਵੈਲਿਊਜ਼ ਨੇ ਹਿਊਮਨ ਬੀਇੰਗ ਦੀਆਂ, ਉਹ ਜਿਹੜੀਆਂ ਨੇ ਉਹ ਇਰੇਜ਼ ਹੋ ਜਾਣਗੀਆਂ ਸਾਡੀ ਸੋਚਣੀ ਚੋਂ, ਸਾਡੇ ਸਾਹਿਤਕ ਖੇਤਰ ਦੇ ਵਿੱਚੋਂ। ਇਹਦੇ ਨਾਲ ਕੀ ਹੋਏਗਾ, ਐਕਸਟੈਂਸ਼ਨ ਆਫ ਐਸਥੈਟਿਕ ਸੈਂਸਿਬਿਲਿਟੀ ਹੋ ਜਾਏਗੀ। ਸਾਡੀ ਸੁਹਜਾਤਮਕ ਜਿਹੜਾ ਸਾਡੀ ਭਾਵਨਾਵਾਂ ਨੇ ਜਾਂ ਜਿਹੜਾ ਸੁਹਜ ਦਾ ਪੱਧਰ ਹੈ ਉਹ ਜਿਹੜਾ ਹੈ ਨਿਵਾਨ ਵੱਲ ਚਲਾ ਜਾਏਗਾ, ਖਤਮ ਹੋ ਜਾਏਗਾ। ਜੇਕਰ ਐਸਥੈਟਿਕ ਸੈਂਸਿਬਿਲਿਟੀ ਖਤਮ ਹੋ ਜਾਂਦੀ ਹੈ ਤਾਂ ਫਿਰ ਡੈਥ ਆਫ ਆਰਟ ਤੋਂ ਜਿਹੜਾ ਹੈ ਕੋਈ ਵੀ ਨਹੀਂ ਬਚ ਸਕਦਾ। ਤਾਂ ਇਸ ਲਈ ਕਲਾ ਨੂੰ ਜਿਹੜਾ ਹੈ ਬਚਾਉਣ ਦੇ ਲਈ ਉਹਨੇ ਆਪਣੀ ਇੱਕ ਅਪਰੋਚ ਜਿਹੜੀ ਹੈ ਕ੍ਰਿਟਿਸਿਜ਼ਮ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ। ਹੁਣ ਉਹਦਾ ਕੀ ਹੈ ਕਿ ਐਲਨ ਟੇਟ ਇਹਦੇ ਬਾਰੇ ਕੀ ਕਹਿੰਦਾ ਹੈ ਕਿ ਉਹ ਕਹਿੰਦਾ ਕਿ ਅਸੀਂ ਜਿਵੇਂ ਕਹਿੰਦੇ ਕਿ ਕਲਾ ਨੂੰ ਯੋਗ ਸਥਾਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਲਾ ਦਾ ਇਹਦਾ ਮਤਲਬ ਹੈ ਕਿ ਯੋਗ ਸਥਾਨ ਉਹਦੀ ਅਪਰੋਚ ਦੇ ਵਿੱਚ ਜਿਹੜਾ ਹੈ ਉਹ ਕੀ ਹੈ, ਕਿਉਂਕਿ ਉਹ ਸ਼ੰਕਾ ਜ਼ਾਹਰ ਕਰਦਾ ਹੈ ਕਿ ਜਿਹੋ ਜਿਹੀ ਅਪਰੋਚ ਚੱਲ ਰਹੀ ਹੈ ਵਿਗਿਆਨਕ ਦੌਰ ਦੇ ਵਿੱਚ, ਟੈਕਨੋਲੋਜੀ ਦੇ ਦੌਰ ਦੇ ਵਿੱਚ, ਤਾਂ ਉਹਦੇ ਵਿੱਚ ਸਾਡੀ ਜਿਹੜੀ ਹੈ ਸਾਡੇ ਸੋਚ ਨੂੰ ਜਿਹੜਾ ਹੈ ਉਹ ਖਤਰਾ ਹੈ। ਤਾਂ ਉਹ ਕਹਿੰਦੇ ਕਿ ਕਲਾ ਨੂੰ ਯੋਗ ਸਥਾਨ ਦਿਵਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕਲਾ ਹੀ ਉਹ ਚੀਜ਼ ਹੈ ਜਿਸ ਦਾ ਰਾਜਨੀਤੀ ਨਾਲ ਨਾਮਾਤਰ ਸੰਬੰਧ ਹੈ। ਕਵਿਤਾ ਵਿੱਚ ਕੁਝ ਹੋਰ ਵੀ ਹੁੰਦਾ ਹੈ ਜੋ ਧਰਮ ਨੂੰ ਸਾਇੰਸ ਦੀਆਂ ਲੱਭਤਾਂ ਦੇ ਬਾਵਜੂਦ ਸਹੀ ਕਰਾਰ ਦਿੰਦਾ ਹੈ। ਹੁਣ ਧਰਮ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਹੈ ਜਦੋਂ ਉਹ ਕਹਿੰਦੇ ਹੈ ਕਿ ਐਕਸਪ੍ਰੈਸ਼ਨ, ਫੁੱਲ ਐਕਸਪ੍ਰੈਸ਼ਨ ਦਿੱਤਾ ਜਾਵੇ ਤਾਂ ਉਹਦੇ ਵਿੱਚ ਕਲਪਨਾਸ਼ੀਲਤਾ ਜਿਹੜੀ ਹੈ ਮਨੁੱਖ ਦੀ ਉਹ ਵੀ ਆਉਂਦੀ ਹੈ। ਸੁਹਜਾਤਮਕਤਾ ਦੇ ਵਿੱਚ, ਐਸਥੈਟਿਕਸ ਦੇ ਵਿੱਚ ਜਿਹੜਾ ਹੈ ਮਨੁੱਖ ਦੀ ਕਲਪਨਾ ਨੂੰ, ਇਮੈਜੀਨੇਸ਼ਨ ਨੂੰ ਬਹੁਤ ਇੰਪੋਰਟੈਂਸ ਜਿਹੜੀ ਹੈ ਉਹ ਦਿੱਤੀ ਗਈ। ਐਲਨ ਟੇਟ ਅਨੁਸਾਰ ਅਜਿਹਾ ਸਭ ਕੁਝ ਇਸ ਲਈ ਕਿਹਾ ਜਾ ਰਿਹਾ ਹੈ ਕਿ ਮੇਰੀ ਕਵਿਤਾ ਜਾਂ ਕਿਸੇ ਹੋਰ ਦੀ ਕਵਿਤਾ ਕੁਝ ਨਾ ਕੁਝ ਜਾਣਨ ਲਈ ਸਾਧਨ ਮਾਤਰ ਨਹੀਂ। ਜੇਕਰ ਕਵਿਤਾ ਉੱਤਮ ਸਿਰਜਣਾ ਹੋਵੇ ਤਾਂ ਅਜਿਹੀ ਜਾਣਕਾਰੀ ਦਾ ਸਰੋਤ ਬਣ ਜਾਂਦੀ ਹੈ ਜੋ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਦਾਨ ਨਹੀਂ ਕੀਤੀ ਜਾ ਸਕਦੀ। ਇਹਦਾ ਮਤਲਬ ਕੀ ਹੈ ਕਿ ਉਹ ਕਵਿਤਾ ਜਾਂ ਉੱਤਮ ਕਵਿਤਾ ਦੇ ਵਿੱਚ ਅਨੰਤ ਸੰਭਾਵਨਾਵਾਂ ਜਿਹੜੀਆਂ ਨੇ ਉਹ ਦੇਖਦਾ ਹੈ, ਜਿਹੜੀਆਂ ਕਿਸੇ ਹੋਰ ਮਾਧਿਅਮ ਦੇ ਵਿੱਚ ਨਹੀਂ। ਹੋਰ ਮਾਧਿਅਮ ਤੋਂ ਭਾਵ ਉਹਦਾ ਕੀ ਹੈ, ਜਿਹੜਾ ਕਿ ਵਿਗਿਆਨ ਦੇ ਵਿੱਚ ਨਹੀਂ। ਤਾਂ ਇਸ ਲਈ ਵਿਗਿਆਨਕ ਅਪਰੋਚ ਦਾ ਜਿਹੜਾ ਹੈ ਕਿਤੇ ਨਾ ਕਿਤੇ ਵਿਰੋਧ ਕਰਦਾ ਹੈ। ਭਾਵੇਂ ਸਿੱਧੇ ਰੂਪ ਵਿੱਚ ਇਹ ਕਿਸੇ ਅਧਿਕ ਸ਼ਕਤੀ ਦਾ ਗਿਆਨ ਪ੍ਰਦਾਨ ਨਹੀਂ ਕਰਦੀ, ਪਰੰਤੂ ਇਹ ਆਪਣੇ ਆਪ ਵਿੱਚ ਹੀ ਗਿਆਨ ਦਾ ਭੰਡਾਰ ਜਿਹੜਾ ਹੈ ਉਹ ਹੁੰਦੀ ਹੈ। ਹੁਣ ਇਹ ਇਮੈਜੀਨੇਸ਼ਨ ਨੂੰ ਜਿਹੜਾ ਹੈ ਉਹ ਇੰਪੋਰਟੈਂਸ ਦੇ ਰਹੀ। ਕਿਸੇ ਵੀ ਕਵਿਤਾ ਵਿੱਚ ਭਾਵੇਂ ਠੋਸ ਰੂਪ ਵਿੱਚ ਲੱਭਣਾ ਮੁਸ਼ਕਿਲ ਹੈ ਕਿ ਕੀ ਕਿਹਾ ਗਿਆ, ਪਰੰਤੂ ਉਸ ਵਿੱਚ ਅਜਿਹਾ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ ਜੋ ਸਾਨੂੰ ਅਸ਼ਾਂਤ ਕਰ ਦਿੰਦਾ ਹੈ। ਕੁਝ ਅਜਿਹਾ ਅਣਸੁਣਿਆ, ਅਣਦੇਖਿਆ, ਅਣਜਾਣਿਆ ਉਸ ਦੀ ਕਮਸੋਰ ਜਿਹੜੀ ਹੈ ਉਹ ਕਵਿਤਾ ਦੇ ਵਿੱਚ ਪਈ ਹੁੰਦੀ ਹੈ। ਇਹਦੇ ਵਿੱਚ ਕੀ ਹੈ ਕਿ ਐਲਨ ਟੇਟ ਇਹ ਕਹਿੰਦਾ ਹੈ ਕਿ ਸਾਨੂੰ ਪੂਰਵ ਨਿਰਧਾਰਿਤ ਜਿਹੜੀ ਹੈ ਅਪਰੋਚ ਦੇ ਨਾਲ ਨਾ ਤਾਂ ਕਵਿਤਾ ਲਿਖਣੀ ਚਾਹੀਦੀ ਹੈ ਤੇ ਨਾ ਕਵਿਤਾ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ। ਇਸ ਸੰਬੰਧੀ ਕਹਿੰਦੇ ਇਸ ਸੰਭਾਵਨਾ ਪ੍ਰਤੀ ਕਈ ਵਾਰੀ ਲੇਖਕ ਤੇ ਪਾਠਕ ਵੀ ਚੇਤਨ ਨਹੀਂ ਹੁੰਦੇ, ਅਤੇ ਕਈ ਵਾਰੀ ਲੇਖਕ ਤੇ ਪਾਠਕ ਮਤਲਬ ਕਿ ਲੇਖਕ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹਦੀ ਕਵਿਤਾ ਕਿੰਨੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਕਰ ਗਈ। ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਕਵਿਤਾ ਸ਼ਬਦਾਂ ਤੋਂ ਪਾਰ ਜਾ ਕੇ ਵੀ ਬਹੁਤ ਕੁਝ ਜਿਹੜਾ ਹੈ ਉਹ ਸੰਚਾਰ ਕਰ ਸਕਦੀ ਹੈ। ਹੁਣ ਅਲਟੀਮੇਟਲੀ ਅਸੀਂ ਜਿਹੜਾ ਹੈ ਟੈਂਸ਼ਨ ਇਨ ਪੋਇਟਰੀ ਦੇ ਉੱਤੇ ਜਿਹੜਾ ਹੈ ਉਹ ਆਨੇ ਆ। ਇਹ ਸਾਰੀ ਹੀ ਸੀਗੀ ਐਲਨ ਟੇਟ ਦੀ ਅਪਰੋਚ ਸਾਹਿਤ ਪ੍ਰਤੀ, ਕਵਿਤਾ ਪ੍ਰਤੀ ਤੇ ਆਲੋਚਨਾ ਪ੍ਰਤੀ। ਉਹਦੀਆਂ ਮੂਲ ਸਥਾਪਨਾਵਾਂ ਜਿਹੜੀਆਂ ਨੇ ਟੈਂਸ਼ਨ ਇਨ ਪੋਇਟਰੀ ਨਾਮਕ ਜਿਹੜਾ ਉਹਦਾ ਲੇਖ ਹੈ ਉਹਦੇ ਵਿੱਚੋਂ ਕਿਹੜੀਆਂ ਨਿਕਲਦੀਆਂ ਨੇ, ਉਹ ਇਹ ਕਹਿੰਦਾ ਹੈ ਕਿ ਜਿਹੜਾ ਭਾਵੁਕ ਕਾਵ ਹੈ, ਸਿਰਫ ਤੇ ਸਿਰਫ ਭਾਵੁਕ ਜਿਹੜਾ ਰੋਮਾਂਟਿਕ ਕਾਵ ਹੈ, ਇਹ ਪਾਠਕ ਨੂੰ ਯਥਾਰਥ ਤੋਂ ਪਾਸੇ ਲੈ ਕੇ ਜਾਂਦਾ ਹੈ। ਇੱਕ ਤਾਂ ਉਹਦੀ ਇਹ ਸਥਾਪਨਾ ਹੈ। ਦੂਜਾ ਉਹ ਕੀ ਕਹਿੰਦਾ ਹੈ ਕਿ ਜਿਹੜਾ ਕਵਿਤਾ ਦਾ ਪ੍ਰਕਾਰ ਹੈ ਪਾਠਕ ਨੂੰ ਕਿਸੇ ਵੀ ਕਿਸਮ ਦੇ ਮਾਨਸਿਕ ਪ੍ਰਭਾਵ ਥੱਲੇ ਨਹੀਂ ਲੈ ਕੇ ਆਉਣਾ। ਮਾਨਸਿਕ ਪ੍ਰਭਾਵ ਥੱਲੇ ਲੈ ਆਉਣ ਤੋਂ ਭਾਵ ਕਿ ਪੂਰਵ ਨਿਰਧਾਰਿਤ ਅਸੀਂ ਮੰਨ ਕੇ ਚੱਲੀਏ ਕਿ ਪਾਠਕ ਇਸ ਕਵਿਤਾ ਦੇ ਸਿਰਫ ਇਹੀ ਅਰਥ ਜਿਹੜਾ ਹੈ ਲਵੇ। ਇਹਦਾ ਮਤਲਬ ਜੇਕਰ ਅਸੀਂ ਉਹਦੇ ਅਰਥਾਂ ਨੂੰ ਜਿਹੜਾ ਹੈ ਬੰਨ੍ਹ ਦੇਵਾਂਗੇ ਤਾਂ ਉਹ ਕਵਿਤਾ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਦੇ ਬਰਾਬਰ ਹੋਏਗਾ। ਉਹ ਕੀ ਹੁਣ ਤਣਾਅ ਨੂੰ ਜਿਹੜਾ ਹੈ ਡੈਫੀਨੇਸ਼ਨ ਕਿਵੇਂ ਕਰਦਾ ਹੈ? ਹੁਣ ਉਹਦਾ ਹੈਗਾ ਟੈਂਸ਼ਨ ਸ਼ਬਦ ਆਉਂਦਾ ਹੈ ਸਾਡੇ ਕੋਲ, ਟੈਂਸ਼ਨ ਇਨ ਪੋਇਟਰੀ। ਤਾਂ ਉਹਦੇ ਵਿੱਚ ਕੀ ਕਰਦਾ ਹੈ, ਉਹ ਇਸ ਟੈਂਸ਼ਨ ਸ਼ਬਦ ਨੂੰ ਜਿਹੜਾ ਅੱਗੋਂ ਦੋ ਕਿਸਮ ਦੇ ਵੰਡਦਾ ਹੈ। ਇੱਕ ਨੂੰ ਕਹਿੰਦਾ ਹੈ ਕਿ ਇੰਟੈਂਸ਼ਨ, ਦੂਜੇ ਨੂੰ ਕਹਿੰਦਾ ਹੈ ਐਕਸਟੈਂਸ਼ਨ। ਜਿਹੜੀ ਇੰਟੈਂਸ਼ਨ ਹੈਗੀ ਹੈ ਉਹਦਾ ਅਸੀਂ ਇਹ ਲੈਂਦੇ ਹਾਂ ਕਿ ਜਿਹੜੇ ਕਵਿਤਾ ਦੇ ਕੋਨੋਟੇਟਿਵ ਅਰਥ ਨੇ। ਕੋਨੋਟੇਟਿਵ ਅਰਥ ਮਤਲਬ ਕਿ ਜਿਹੜੇ ਉਹਦੇ ਸੰਭਾਵਿਕ ਅਰਥ ਹੋ ਸਕਦੇ ਨੇ, ਤੇ ਜਿਹੜੀ ਐਕਸਟੈਂਸ਼ਨ ਹੈ ਉਹ ਹੈਗੀ ਹੈ ਡੈਨੋਟੇਸ਼ਨ, ਮਤਲਬ ਕਿ ਕਵਿਤਾ ਦੇ ਡੈਨੋਟੇਟਿਵ ਅਰਥ। ਹੁਣ ਜਿਹੜੇ ਕੋਨੋਟੇਟਿਵ ਤੇ ਡੈਨੋਟੇਟਿਵ ਨੇ ਇਹਨਾਂ ਵਿੱਚ ਸਾਨੂੰ ਬਿਲਕੁਲ ਸਪਸ਼ਟ ਜਿਹੜਾ ਹੈ ਉਹ ਅੰਤਰ ਕਰ ਲੈਣਾ ਚਾਹੀਦਾ ਹੈ। ਬੋਧਕ ਅਰਥ ਜਿਹੜੇ ਨੇ ਜਾਂ ਡੈਨੋਟੇਟਿਵ ਅਰਥ ਜਿਹੜੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਸ਼ਗਤ ਅਰਥ ਅਸੀਂ ਕਿਸੇ ਚੀਜ਼ ਦੇ ਕਰਦੇ ਹਾਂ, ਪ੍ਰੈਕਟੀਕਲੀ ਜਿਵੇਂ ਕਹਿ ਲਈਏ। ਤੇ ਜਿਹੜੇ ਕੋਨੋਟੇਟਿਵ ਅਰਥ ਹੁੰਦੇ ਨੇ ਉਹ ਅਸੀਮਿਤ ਅਰਥ ਹੁੰਦੇ ਨੇ। ਕਈ ਵਾਰੀ ਅਸੀਂ ਇਹ ਗੱਲ ਕਰ ਦਿੰਦੇ ਹਾਂ ਕਿ ਕਵਿਤਾ ਦੀਆਂ ਕਿੰਨੀਆਂ ਵਿਆਖਿਆਵਾਂ ਹੋ ਸਕਦੀਆਂ ਨੇ।
ਹੁਣ ਇਹਦੇ ਜਿਹੜੀ ਕਵਿਤਾ ਦੀਆਂ ਉਨੀਆਂ ਵਿਆਖਿਆਵਾਂ ਹੋ ਸਕਦੀਆਂ ਨੇ ਜਿੰਨੇ ਪਾਠਕ ਉਹਨੂੰ ਪੜ੍ਹਦੇ ਨੇ। ਜੇ ਇੱਕ ਪੜ੍ਹ ਰਿਹਾ ਤਾਂ ਇੱਕ, ਜੇ 100 ਪੜ੍ਹ ਰਹੇ ਤਾਂ 100 ਵਿਆਖਿਆਵਾਂ ਹੋ ਸਕਦੀਆਂ ਨੇ। ਇਹਦਾ ਮਤਲਬ ਕਿ ਕਵਿਤਾ ਜਿਹੜੀ ਆਪਣੇ ਪੂਰਵ ਨਿਰਧਾਰਤ ਅਰਥ ਲੈ ਕੇ ਨਹੀਂ ਆਉਂਦੀ, ਪਾਠਕ ਉਹਦੇ ਵਿੱਚੋਂ ਉਹਦੀਆਂ ਸੰਭਾਵਨਾਵਾਂ ਸਮੇਤ ਜਿਹੜਾ ਹੈ ਅਰਥਾਂ ਨੂੰ ਗ੍ਰਹਿਣ ਕਰਦਾ ਹੈ। ਤਾਂ ਇੱਕ ਜਿਹੜੀ ਚੰਗੀ ਕਵਿਤਾ ਹੈ, ਹੁਣ ਐਲਨ ਟੇਟ ਕੀ ਕਹਿੰਦਾ ਹੈ ਕਿ ਜਿਹੜੀ ਇੱਕ ਚੰਗੀ ਕਵਿਤਾ ਹੋਏਗੀ ਉਹਦੇ ਵਿੱਚ ਜਿਹੜੇ ਕੋਨੋਟੇਟਿਵ ਅਰਥ ਨੇ ਜਾਂ ਜਿਹੜੀ ਉਹਦੀ ਸੰਭਾਵਨਾ ਹੈ ਤੇ ਡੈਨੋਟੇਟਿਵ ਅਰਥ, ਇਹਨਾਂ ਦੋਨਾਂ ਦਾ ਬੜਾ ਖੂਬਸੂਰਤ ਸੁਮੇਲ ਹੋਣਾ ਚਾਹੀਦਾ ਹੈ। ਇਸ ਨੂੰ ਟੈਂਸ਼ਨ ਕਹਿੰਦਾ, ਇਸ ਨੂੰ ਉਹ ਰਚਨਾ ਦਾ ਤਣਾਅ ਕਹਿੰਦਾ, ਕਸਾਓ ਕਹਿੰਦਾ। ਜੇਕਰ ਇਹਦੇ ਵਿੱਚੋਂ ਕਿਸੇ ਵੀ ਕਿਸਮ ਦੇ ਦੋਨਾਂ ਪਾਸਿਆਂ ਦੇ ਵਿੱਚੋਂ ਸੰਭਾਵਨਾ ਜਾਂ ਜਿਹੜੇ ਉਹਦੇ ਬੌਧਿਕ ਅਰਥ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਪਾਸੇ 'ਚ ਢਿੱਲ ਹੋਏਗੀ ਤਾਂ ਕਵਿਤਾ ਦਾ ਜਿਹੜਾ ਸਟਰਕਚਰ ਹੈ ਉਹ ਢਿੱਲਾ ਪੈ ਜਾਏਗਾ। ਤਾਂ ਜਦੋਂ ਢਿੱਲਾ ਪੈਂਦਾ ਸਟਰਕਚਰ ਤਾਂ ਅਸੀਂ ਉਹ ਕਹਿੰਦੇ ਕਿ ਉਹਦੇ ਵਿੱਚ ਬਹੁਤ ਸਾਰੇ ਔਗਣ ਜਿਹੜੇ ਨੇ ਮਿਲਦੇ ਨੇ। ਤਾਂ ਢਿੱਲੀ ਬਣਤਰ ਜਿਹੜੀ ਹੈ ਉਹ ਕਿਤੇ ਵੀ ਚੰਗੇ ਅਰਥਾਂ ਦਾ ਪਾਠਕਾਂ ਤੱਕ ਸੰਚਾਰ ਜਿਹੜਾ ਹੈ ਉਹ ਨਹੀਂ ਕਰ ਸਕਦਾ। ਹੁਣ ਇਸ ਕਵਿਤਾ ਦੀਆਂ ਸੰਭਾਵਨਾਵਾਂ ਬਾਰੇ ਜਿਹੜਾ ਹੈ ਐਲਨ ਟੇਟ ਦੇਖੋ ਕੀ ਕਹਿੰਦਾ ਹੈ ਕਿ ਮਨੁੱਖ ਦੇ ਮਨੁੱਖੀ ਸੁਭਾਅ, ਮਨੁੱਖ ਹੈ ਤਾਂ ਉਹਦਾ ਸੁਭਾਅ ਵੀ ਮਨੁੱਖੀ ਹੋਣਾ ਚਾਹੀਦਾ, ਮਨੁੱਖ ਦੇ ਮਨੁੱਖੀ ਸੁਭਾਅ ਦੀਆਂ ਸੰਭਾਵਨਾਵਾਂ ਉਜਾਗਰ ਕਰਨੀਆਂ ਬਹੁਤ ਜ਼ਰੂਰੀ ਨੇ। ਤਾਂ ਜੇਕਰ ਇਹ ਸੰਭਾਵਨਾਵਾਂ ਕਵਿਤਾ ਦੇ ਰਾਹੀਂ, ਕਾਵਿ ਦੇ ਰਾਹੀਂ, ਸਾਹਿਤ ਦੇ ਰਾਹੀਂ ਨਹੀਂ ਉਜਾਗਰ ਹੁੰਦੀਆਂ ਤਾਂ ਉਹਦਾ ਜਿਹੜਾ ਪ੍ਰਯੋਜਨ ਹੈ ਕਿਤੇ ਨਾ ਕਿਤੇ ਉਹ ਡਿਸਟਰਬ ਹੁੰਦਾ ਹੈ ਜਾਂ ਪੂਰਾ ਨਹੀਂ ਹੁੰਦਾ। ਅਤੇ ਇਹ ਸਾਹਿਤ ਦਾ ਬੁਨਿਆਦੀ ਕਰਤੱਵ ਵੀ ਬਣਦੀਆਂ। ਸਾਹਿਤ ਦਾ ਬੁਨਿਆਦੀ ਕਰਤੱਵ ਹੈ ਕਿ ਉਹ ਮਨੁੱਖ ਦੇ ਮਨੁੱਖੀ ਸੁਭਾਅ ਦੀਆਂ ਸੰਭਾਵਨਾਵਾਂ ਨੂੰ ਵੱਧ ਤੋਂ ਵੱਧ ਉਜਾਗਰ ਕਰੇ। ਐਲਨ ਟੇਟ ਕੀ ਕਹਿੰਦਾ ਹੈ ਕਿ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਦੇਖਣ ਸਮੇਂ ਵਿਗਿਆਨ ਅਤੇ ਸਾਹਿਤ ਵਿੱਚ ਨਿਖੇੜ ਜਿਹੜਾ ਹੈ ਰੇਖਾ ਸਥਾਪਿਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਤਾਂ ਇਹ ਵੀ ਅਪਰੋਚ, ਕਿਉਂਕਿ ਵਿਗਿਆਨਕ ਜਿਹੜੀ ਅਪਰੋਚ ਹੈ ਉਹਦਾ ਜਿਹੜਾ ਹੈ ਕਿਤੇ ਨਾ ਕਿਤੇ ਖੰਡਨ ਕਰਦਾ ਹੈ ਜਾਂ ਵਿਰੋਧ ਕਰਦਾ ਹੈ। ਮਨੁੱਖ ਆਪਣੇ ਸਮੁੱਚੇ ਸਾਰ ਦੀ ਖੋਜ ਕੇਵਲ ਵਿਵੇਕ ਜਾਂ ਵਿਗਿਆਨ ਰਾਹੀਂ ਪ੍ਰਾਪਤ ਕਰਨ ਵਿੱਚ ਰੁੱਝਿਆ ਹੋਇਆ ਹੈ। ਕਿ ਮਨੁੱਖ ਦੀ ਜਿਹੜੀ ਅਪਰੋਚ ਹੈ ਉਹ ਅਸੀਂ ਪਹਿਲਾਂ ਵੀ ਜਿਹੜੀ ਹੈ ਉਹ ਗੱਲ ਕਰੀਏ ਕਿ ਇੰਨੀ ਪੋਜ਼ਿਟਿਵਿਸਟਿਕ ਅਪਰੋਚ ਹੈ ਕਿ ਜਿਹਦੇ ਵਿੱਚ ਸਮਝਣ ਦੀ, ਆਪਣੇ ਆਲੇ ਦੁਆਲੇ ਨੂੰ ਸਮਝਣ ਦੀ, ਪਰਿਸਥਿਤੀਆਂ ਨੂੰ ਸਮਝਣ ਦੀ ਜਿਹੜੀ ਅਪਰੋਚ ਹੈ ਉਹ ਸਿਰਫ ਤੇ ਸਿਰਫ ਸਾਇੰਟੀਫਿਕ ਜਿਹੜੀ ਹੈ ਉਹ ਹੋਈ ਜਾ ਰਹੀ ਹੈ। ਕਿਉਂ? ਅਸੀਂ ਕਿਹਾ ਕਿ ਵਿਗਿਆਨ ਦਾ, ਟੈਕਨੋਲੋਜੀ ਦਾ ਯੁੱਗ ਹੈ। ਤਾਂ ਕੀ ਇਹਦੇ ਵਿੱਚ ਅਸੀਂ ਕੁਝ ਜਿਹੜਾ ਸੁਹਜਾਤਮਕ ਪੱਧਰ ਤੇ ਜਾਂ ਐਸਥੈਟਿਕ ਲੈਵਲ ਤੇ ਕੀ ਕੁਝ ਗੁਆ ਵੀ ਰਹੇ ਹਾਂ? ਤਾਂ ਸਾਹਿਤ ਉਸ ਗੁਆਉਣ ਦੇ ਨਾਲ ਜਿਹੜਾ ਹੈ ਕਿੰਨਾ ਕੁ ਸੰਬੰਧਿਤ ਹੈਗਾ। ਵਿਗਿਆਨ ਦੇ ਰਾਹੀਂ ਜਿਹੜਾ ਹੈ ਉਹ ਮਨੁੱਖ ਰੁੱਝਿਆ ਹੈ ਆਪਣੇ ਆਲੇ ਦੁਆਲੇ ਨੂੰ ਸਮਝਣ ਦੇ ਲਈ ਜਾਂ ਆਪਣੇ ਆਪ ਨੂੰ ਜਾਣਨ ਦੇ ਲਈ। ਇਹੀ ਆਧੁਨਿਕ ਮਨੁੱਖ ਲਈ ਸਭ ਤੋਂ ਜ਼ਿਆਦਾ ਘਾਤਕ ਹੈ। ਅਨੁਭਵ ਨੂੰ ਕੇਵਲ ਵਿਗਿਆਨਕ ਵਿਧੀ ਰਾਹੀਂ ਤਰਤੀਬਬੱਧ ਕਰਨ ਨਾਲ ਜਿਹੜਾ ਮਨੁੱਖੀ ਅਨੁਭਵ ਦਾ ਬਹੁਤ ਵੱਡਾ ਭਾਗ ਜਿਹੜਾ ਹੈ ਉਹ ਬਾਹਰ ਰਹਿ ਜਾਂਦਾ ਹੈ। ਮਤਲਬ ਕਿ ਉਸਨੂੰ ਸਮਝਿਆ ਹੀ ਨਹੀਂ ਜਾਂਦਾ, ਬਹੁਤ ਕੁਝ ਪਿਆ ਹੁੰਦਾ ਹੈ ਪਰ ਸਾਡੀ ਅਪਰੋਚ ਬੜੀ ਸੀਮਿਤ ਹੋ ਜਾਂਦੀ ਹੈ। ਤਾਂ ਅੱਗੇ ਵੀ ਉਹ ਜਿਹੜਾ ਜਾ ਕੇ ਗੱਲ ਕਰਦਾ ਹੈ ਕਿ ਜਿਹੜਾ ਵਿਗਿਆਨ ਹੈ ਉਹ ਸਾਨੂੰ ਖੰਡਿਤ ਗਿਆਨ ਦਿੰਦਾ ਹੈ, ਜਦਕਿ ਸਾਹਿਤ ਸਾਨੂੰ ਸੰਪੂਰਨ ਗਿਆਨ ਦਿੰਦਾ ਹੈ। ਜਦੋਂ ਕਿ ਮਹਾਨ ਕਿਰਤਾਂ ਹੀ ਸਾਡੇ ਵਿਕਲੋਤਰੇ ਅਨੁਭਵਾਂ ਦਾ ਸੰਪੂਰਨ ਅਤੇ ਸਾਰਥਕ ਰੂਪ ਪੇਸ਼ ਕਰ ਸਕਦੀਆਂ ਹਨ। ਹੁਣ ਮਹਾਨ ਕਿਰਤਾਂ ਕਿਹੜੀਆਂ ਨੇ? ਉਹ ਸਾਹਿਤਕ ਕਿਰਤਾਂ ਤੋਂ ਜਿਹੜਾ ਹੈ ਅਪਰੋਚ ਲੈਂਦਾ ਹੈ। ਤਾਂ ਐਲਨ ਟੇਟ ਸਾਹਿਤ ਨੂੰ ਇੱਕ ਵਿਸ਼ੇਸ਼ ਗਿਆਨ ਵਿਧੀ ਦੇ ਤੌਰ ਤੇ ਵੀ ਸਵੀਕਾਰ ਕਰਦਾ ਹੈ। ਅੱਗੇ ਆਹੀ ਗੱਲ ਸੀ ਕਿ ਸਾਹਿਤ ਜਿਹੜਾ ਸਾਨੂੰ ਸੰਪੂਰਨ ਗਿਆਨ ਦਿੰਦਾ ਜਦਕਿ ਵਿਗਿਆਨ ਸਾਨੂੰ ਖੰਡਿਤ ਗਿਆਨ ਦਿੰਦਾ ਹੈ। ਐਗਜ਼ਾਮਪਲ ਕੋਟ ਕਰੀ ਹੈ ਇੱਕ ਫਲਾਰ ਦੀ ਕਿ ਰੋਜ਼ ਦੀ, ਕਿ ਜਦੋਂ ਤਾਂ ਸਾਹਿਤ ਗੁਲਾਬ ਨੂੰ ਜਿਹੜਾ ਵਿਵਰਣ ਦੇਗਾ ਤਾਂ ਸੰਪੂਰਨ ਗੁਲਾਬ ਦੀ ਸ਼ਖਸੀਅਤ ਨੂੰ ਲੈ ਕੇ ਤੁਰੇਗਾ, ਪਰ ਜਦੋਂ ਵਿਗਿਆਨ ਗੁਲਾਬ ਬਾਰੇ ਕਹਿੰਦਾ ਤਾਂ ਬੋਟੈਨੀਕਲ ਨੇਮ ਤੱਕ ਉਹਦੀਆਂ ਇੰਨੀਆਂ ਪੱਤੀਆਂ ਨੇ, ਆਹ ਰੰਗ ਹੈ ਤੇ ਇੱਥੇ ਤੱਕ ਜਿਹੜਾ ਹੈ ਉਹ ਸੀਮਿਤ ਰਹਿ ਜਾਂਦਾ ਹੈ। ਤਾਂ ਇਸ ਲਈ ਉਸ ਗੁਲਾਬ ਦੇ ਫੁੱਲ ਦੇ ਜਿਹੜੇ ਅਰਥ ਨੇ ਉਹ ਸਾਹਿਤ ਦੇ ਵਿੱਚ ਬੜੇ ਵਿਸਤ੍ਰਿਤ ਹੋ ਜਾਂਦੇ ਨੇ, ਉਹਦੀਆਂ ਸਾਰੀਆਂ ਸੰਭਾਵਨਾਵਾਂ ਸਹਿਤ ਆਉਂਦੇ ਨੇ। ਪਰ ਜਦੋਂ ਅਸੀਂ ਵਿਗਿਆਨ ਦੇ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਉਹ ਸਿੰਪਲ ਇੱਕ ਜਿਹੜਾ ਬੋਟੈਨੀਕਲ ਨੇਮ ਜਾਂ ਇੱਕ ਪਲਾਂਟ ਤੱਕ ਜਿਹੜਾ ਸੀਮਿਤ ਹੋ ਕੇ ਰਹਿ ਜਾਂਦਾ ਹੈ। ਜਦੋਂ ਪਰੰਪਰਾ ਆਪਣੀਆਂ ਸਾਰਥਕ ਸਮਾਵਾਂ ਗਵਾ ਲਵੇ ਤਾਂ ਕਵੀ ਆਪਣੇ ਕਲਪਨਾ ਜਗਤ ਰਾਹੀਂ ਪਾਠ ਦੇ ਨਵੇਂ ਰੂਪ ਦੀ, ਯਾਨੀ ਕਿ ਟੈਕਸਟ ਦਾ ਜਿਹੜਾ ਹੈ ਨਵਾਂ ਰੂਪ ਹੈ, ਟੈਕਸਟ ਦੇ ਨਵੇਂ ਮੀਨਿੰਗ ਨੇ ਉਹਨਾਂ ਨੂੰ ਸਿਰਜਦਾ ਹੈ। ਤਾਂ ਕੀ ਇੱਕ ਸਾਹਿਤਕਾਰ, ਇੱਕ ਕਵੀ ਨਵੇਂ ਅਰਥ ਸਿਰਜਣ ਦੀ ਵੀ ਸੰਭਾਵਨਾ ਰੱਖਦਾ ਹੈ? ਉਹ ਕਹਿੰਦਾ ਹਾਂ, ਇਹ ਇਸੇ ਚੀਜ਼ ਦੀ ਜਿਹੜੀ ਹੈ ਉਹ ਵਾਰ-ਵਾਰ ਡਿਸਕਸ਼ਨ ਕਰਦਾ ਹੈ। ਕਵਿਤਾ ਨੂੰ ਸੁਤੰਤਰ ਵਿਧਾ ਦੇ ਰੂਪ ਦੇ ਵਿੱਚ ਸਵੀਕਾਰ ਕਰਨਾ ਚਾਹੀਦਾ ਹੈ। ਇਹ ਕਿਸੇ ਹੋਰ ਵਿਧਾ ਦੇ ਅਧੀਨ ਨਹੀਂ ਹੋ ਸਕਦੀ, ਇਹ ਆਪਣੇ ਆਪ ਦੇ ਵਿੱਚ ਸੰਪੂਰਨ ਗਿਆਨ ਹੈ। ਤਾਂ ਇਹ ਨਾ ਤਾਂ ਕਿਸੇ ਦੇ ਉੱਤੇ ਨਿਰਭਰ ਹੈ ਤੇ ਨਾ ਹੀ ਕਿਸੇ ਦੇ ਅਧੀਨ ਹੋਣੀ ਚਾਹੀਦੀ ਹੈ। ਕਵਿਤਾ ਦੇ ਹੋਂਦ ਵਿਧੀ ਨੂੰ ਸਮਝਣ ਲਈ ਆਲੋਚਨਾ ਨੂੰ ਕਵਿਤਾ ਉੱਤੇ ਨਿਰਭਰ ਹੋਣਾ ਚਾਹੀਦਾ। ਇਹ ਬਹੁਤ ਵੱਡੀ ਜਿਹੜੀ ਹੈ ਉਹਦੀ ਇੰਪੋਰਟੈਂਟ ਸਥਾਪਨਾ ਹੈਗੀ ਹੈ।
ਆਲੋਚਨਾ ਨੂੰ ਕਵਿਤਾ ਉੱਤੇ ਨਿਰਭਰ ਹੋਣਾ ਚਾਹੀਦਾ ਹੈ, ਕਵਿਤਾ ਆਲੋਚਨਾ ਦੇ ਉੱਤੇ ਨਿਰਭਰ ਨਹੀਂ ਹੋਣੀ ਚਾਹੀਦੀ। ਜੇਕਰ ਕਵਿਤਾ ਆਲੋਚਨਾ ਦੇ ਉੱਤੇ ਨਿਰਭਰ ਹੈ ਤਾਂ ਉਹ ਪਹਿਲਾਂ ਹੀ ਬਣਾਏ ਜਿਹੜੇ ਚੌਕਟਿਆਂ ਤੇ ਨਿਰਭਰ ਹੋ ਜਾਏਗੀ, ਜਾਂ ਕਵਿਤਾ ਉਸ ਚੌਕਟੇ ਵਿੱਚ ਆਪਣੇ ਆਪ ਨੂੰ ਢਾਲਣ ਦੀ ਜਿਹੜਾ ਹੈ ਉਹ ਕੋਸ਼ਿਸ਼ ਕਰੇਗੀ। ਇਸ ਲਈ ਕਵਿਤਾ ਆਜ਼ਾਦ ਹੈ ਤੇ ਜਿਹੜੇ ਆਲੋਚਨਾ ਦੇ ਸਿਧਾਂਤ ਨੇ ਉਹ ਕਵਿਤਾ ਦੇ ਵਿੱਚੋਂ ਹੀ ਜਿਹੜੇ ਨੇ ਉਹ ਉਤਪੰਨ ਹੋਣੇ ਚਾਹੀਦੇ, ਨਾ ਕਿ ਬਾਹਰੋਂ ਸਾਨੂੰ ਉਹਨਾਂ ਦਾ ਆਰੋਪਣ ਜਿਹੜਾ ਹੈ ਕਵਿਤਾ ਦੇ ਉੱਤੇ ਕਰਨਾ ਚਾਹੀਦਾ। ਪੂਰਵ ਧਾਰਨਾਵਾਂ ਦਾ ਉਹ ਕਾਫੀ ਵਿਰੋਧ ਕਰਦਾ। ਪੂਰਵ ਧਾਰਨਾਵਾਂ ਕਿਹੜੀਆਂ ਨੇ ਕਿ ਜਿਹੜੀਆਂ ਅਸੀਂ ਕਿਸੇ ਵਿਚਾਰਧਾਰਾ ਦੇ ਅਧੀਨ, ਜਦੋਂ ਕਿਸੇ ਖਾਸ ਵਿਚਾਰਧਾਰਾ ਦੇ ਅਧੀਨ ਕਵਿਤਾ ਦੀ ਆਲੋਚਨਾ ਜਾਂ ਸਾਹਿਤ ਦੀ ਆਲੋਚਨਾ ਕਰਦੇ ਹਾਂ, ਤਾਂ ਪੂਰਵ ਧਾਰਨਾਵਾਂ ਜਿਹੜੀਆਂ ਨੇ ਉਹ ਕਹਿੰਦਾ ਹੈ ਕਿ ਆਲੋਚਨਾ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੁੰਦੀਆਂ ਨੇ ਤੇ ਦੋਸ਼ਪੂਰਨ ਆਲੋਚਨਾ ਨੂੰ ਜਨਮ ਦਿੰਦੀਆਂ ਨੇ। ਆਲੋਚਨਾ ਦਾ ਜਿਹੜਾ ਮੁੱਖ ਕਰਤੱਵ ਹੈ ਉਹ ਵਿਸ਼ੇਸ਼ ਅਤੇ ਸੰਪੂਰਨ ਗਿਆਨ ਨੂੰ ਬਰਕਰਾਰ ਰੱਖਣਾ ਹੈ। ਸੰਪੂਰਨ ਗਿਆਨ, ਸਾਹਿਤ ਸੰਪੂਰਨ ਗਿਆਨ ਹੈ ਤਾਂ ਇਹਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਹੈ ਉਹ ਖਰਾਬੀ ਨਹੀਂ ਆਣੀ ਚਾਹੀਦੀ। ਸਾਹਿਤ ਅਤੇ ਆਲੋਚਨਾ ਸੁਤੰਤਰ ਵਰਤਾਰੇ ਨੇ, ਇਹ ਇੱਕ ਦੂਜੇ ਦੇ ਪੂਰਕ ਨਹੀਂ ਹੈਗੇ, ਸੁਤੰਤਰ ਨੇ। ਆਲੋਚਨਾ ਵੀ ਸੁਤੰਤਰ ਹੈ ਤੇ ਜਿਹੜੀ ਹੈ ਉਹ ਕਵਿਤਾ ਜਾਂ ਕਵੀ ਵੀ ਜਿਹੜਾ ਹੈ ਉਹ ਸੁਤੰਤਰ ਹੈ। ਕਵੀ ਅਤੇ ਆਲੋਚਕ ਨੂੰ ਪੂਰਵ ਧਾਰਨਾਵਾਂ ਤੋਂ ਪਹਿਲਾਂ ਇੱਕ ਨਜ਼ਰੀਆ ਬਣਾ ਲਈਏ, ਉਸ ਤੋਂ ਜਿਹੜਾ ਉਸ ਨੂੰ ਮੁਕਤ ਹੋਣਾ ਚਾਹੀਦਾ ਹੈ। ਇਹ ਅਲੱਗ-ਅਲੱਗ ਕਿਸਮ ਦੀਆਂ ਵਿਸ਼ੇਸ਼ ਵਿਚਾਰਧਾਰਾਵਾਂ ਵੱਲ ਜਿਹੜਾ ਹੈ ਉਹ ਗੱਲ ਕਰ ਰਹੇ, ਜਿਨ੍ਹਾਂ ਦੇ ਅਧੀਨ ਕੁਝ ਆਪਾਂ ਕਹਿ ਸਕਦੇ ਪ੍ਰਤੀਨਿਧ ਜਿਹੜੇ ਨੇ ਅਪਰੋਚਸ ਵਾਲੇ ਰਾਈਟਰਸ ਨੇ, ਉਹ ਜਿਹਨੂੰ ਅਸੀਂ ਕਹਿੰਦੇ ਕਿ ਕਮਿਟਡ ਰਾਈਟਰਸ ਨੇ, ਉਹ ਪ੍ਰਤੀਬੱਧ ਸਾਹਿਤ ਜਿਹੜਾ ਹੈ ਸਿਰਜਦੇ ਨੇ। ਉਹਦੇ ਵਿੱਚ ਇਹ ਹੁੰਦਾ ਕਿ ਵਿਚਾਰਧਾਰਾ ਪਹਿਲਾਂ ਹੈ, ਕਵਿਤਾ ਜਿਹੜੀ ਹੈ ਬਾਅਦ ਦੇ ਵਿੱਚ ਆਉਂਦੀ ਹੈ ਤੇ ਆਪਣੀ ਵਿਚਾਰਧਾਰਾ ਨੂੰ ਕਵਿਤਾ ਦੇ ਰਾਹੀਂ ਜਿਹੜਾ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਵਿਤਾ ਵਿੱਚ ਅਨੁਭਵ ਦੀ ਸੰਪੂਰਨ ਅਭਿਵਿਅਕਤੀ ਹੋਣੀ ਚਾਹੀਦੀ ਹੈ। ਹੁਣ ਇਹ ਅਨੁਭਵ ਦੀ ਸੰਪੂਰਨ ਅਭਿਵਿਅਕਤੀ ਦੇ ਉੱਤੇ ਵਾਰ-ਵਾਰ ਜਿਹੜਾ ਜ਼ੋਰ ਦਿੰਦਾ ਹੈ। ਇਸੇ ਆਧਾਰ ਤੇ ਉਹ ਕਵਿਤਾ ਦੀ ਸੰਪੂਰਨ ਆਜ਼ਾਦੀ ਦੀ ਵੀ ਗੱਲ ਕਰਦਾ ਹੈ। ਅਨੁਭਵ ਨੂੰ ਬਿੰਬ ਰਾਹੀਂ ਬਿਹਤਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਹੁਣ ਇਹ ਜਿਹੜੇ ਕਾਵਿਕ ਬਿੰਬ ਨੇ, ਇਹਨਾਂ ਦੀ ਇੰਪੋਰਟੈਂਸ ਹੋਰ ਵੀ ਇੱਥੇ ਜਿਹੜਾ ਹੈ ਜ਼ਿਆਦਾ ਹੋ ਜਾਂਦੀ ਹੈ। ਉਹ ਕਹਿੰਦੇ ਆ ਕਿ ਮਨੁੱਖ ਆਪਣਾ ਅਨੁਭਵ ਬਿੰਬ ਰਾਹੀਂ, ਯਾਨੀ ਕਿ ਕਵਿਤਾ ਦੇ ਰਾਹੀਂ ਜਿਹੜਾ ਹੈ ਬਿਹਤਰ ਤਰੀਕੇ ਨਾਲ ਜਿਹੜਾ ਪੇਸ਼ ਕਰ ਸਕਦਾ। ਹੁਣ ਐਲਨ ਟੇਟ ਜਿਹੜਾ ਇਸ ਨੂੰ ਟੈਂਸ਼ਨ ਕਹਿੰਦਾ ਹੈ, ਵੱਖੋ ਵੱਖਰੇ ਵਿਦਵਾਨ ਕੀ ਕਹਿੰਦੇ ਨੇ। ਰੈਂਸਮ ਇਸ ਨੂੰ ਜਿਹੜਾ ਹੈ ਕਵਿਤਾ ਦਾ ਟੈਕਸਚਰ ਕਹਿੰਦਾ ਹੈ ਕਿ ਟੈਕਸਚਰ ਕਿੱਦਾਂ ਦਾ ਜਿਹੜਾ ਹੋਣਾ ਚਾਹੀਦਾ ਹੈ, ਤੇ ਬਲੈਕਮੈਨ ਇਸ ਨੂੰ ਸਟਰਕਚਰ ਦੇ ਨਾਲ ਜਿਹੜਾ ਹੈ ਉਹ ਜੋੜ ਕੇ ਡਿਸਕਸ ਕਰਦਾ। ਧੰਨਵਾਦ।